गुड मॉर्निंग स्टूडेंट्स। अज आप +2 क्लास का पार्ट नंबर 2 ताज महल करांगे। एक कविता है जो कि प्रोफैसर मोहन सिंह द्वारा लिखी गई है। आओ पहला आप कवि बारे पढ़ते हैं। प्रोफैसर मोहन सिंह का जन्म 20 अक्तूबर 1905 ईस्वी ਨੂੰ ਪਿੰਡ ਮਰਦਾਨ सूबा सरहद ਹੁਣ पाकिस्तान विखे श्रीमती भागवंती ਦੀ ਕੁੱਖੋਂ डॉक्टर जोत सिंह जी के घर होया। आप ਦਾ जद्दी पिंड ਧਮਿਆਲ ਸੀ। 1922 ਵਿੱਚ ਉਹਨਾਂ मैट्रिक ਤੇ 1923 ਈਸਵੀ ਵਿੱਚ ਮੁਨਸ਼ੀ ਫਾਜ਼ਿਲ ਪਾਸ ਕੀਤੀ ਅਤੇ ਇੱਕ ਸਕੂਲ ਅਧਿਆਪਕ ਵਜੋਂ ਉਰਦੂ ਫਾਰਸੀ ਦੇ ਅਧਿਆਪਨ ਦਾ ਕਾਰਜ ਆਰੰਭਿਆ। 1933 ਈਸਵੀ ਵਿੱਚ ਉਹਨਾਂ ਓਰੀਐਂਟਲ ਕਾਲਜ ਲਾਹੌਰ ਤੋਂ MA ਫਾਰਸੀ ਦੀ ਪ੍ਰੀਖਿਆ ਯੂਨੀਵਰਸਿਟੀ 'ਚੋਂ ਪਹਿਲੇ ਸਥਾਨ 'ਤੇ ਰਹਿ ਕੇ ਪਾਸ ਕੀਤੀ ਅਤੇ ਖਾਲਸਾ ਕਾਲਜ ਅੰਮ੍ਰਿਤਸਰ ਵਿਖੇ ਫਾਰਸੀ ਦੇ ਲੈਕਚਰਰ ਵਜੋਂ ਸੇਵਾ ਕਰਨ ਲੱਗੇ। ਇੱਥੇ ਉਹਨਾਂ ਦਾ ਮੇਲ ਪ੍ਰੋਫੈਸਰ ਤੇਜਾ ਸਿੰਘ ਅਤੇ ਪ੍ਰੋਫੈਸਰ ਸੰਤ ਸਿੰਘ ਸੇਖੋਂ ਵਰਗੇ ਵਿਦਵਾਨ ਲੇਖਕਾਂ ਨਾਲ ਹੋਇਆ। 1939 ਵਿੱਚ ਪ੍ਰੋਫੈਸਰ ਮੋਹਨ ਸਿੰਘ ਸਿੱਖ ਨੈਸ਼ਨਲ ਕਾਲਜ ਲਾਹੌਰ ਵਿਖੇ ਪ੍ਰੀ ਅਧਿਆਪਕ ਨਿਯੁਕਤ ਹੋਏ ਅਤੇ ਉਹਨਾਂ 5 ਦਰਿਆਵਾਂ ਨਾਂ ਦਾ ਮਾਸਿਕ ਪੱਤਰ ਵੀ ਸ਼ੁਰੂ ਕੀਤਾ। 1946 ਵਿੱਚ ਉਹਨਾਂ ਅਧਿਆਪਨ ਦਾ ਕਾਰਜ ਛੱਡ ਦਿੱਤਾ ਅਤੇ ਹਿੰਦ ਪਬਲਿਸ਼ਰਜ਼ ਲਿਮਟਿਡ ਅਧੀਨ ਪ੍ਰਕਾਸ਼ਨ ਦਾ ਕੰਮ ਸ਼ੁਰੂ ਕੀਤਾ। ਦੇਸ਼ ਦੀ ਵੰਡ ਤੋਂ ਬਾਅਦ ਉਹਨਾਂ ਪਹਿਲਾਂ ਅੰਮ੍ਰਿਤਸਰ ਫਿਰ ਜਲੰਧਰ ਅਤੇ ਇਸ ਪਿੱਛੋਂ ਲੁਧਿਆਣੇ ਚਲੇ ਗਏ ਅਤੇ ਪ੍ਰਕਾਸ਼ਨ ਦੇ ਕਾਰਜ ਦੇ ਨਾਲ 5 ਦਰਿਆ ਵੀ ਪ੍ਰਕਾਸ਼ਿਤ ਕਰਦੇ ਰਹੇ। 1967 ਈਸਵੀ ਵਿੱਚ ਆਪ ਖਾਲਸਾ ਕਾਲਜ ਪਟਿਆਲਾ ਵਿਖੇ ਨਿਯੁਕਤ ਹੋਏ। 1971 ਈਸਵੀ ਵਿੱਚ ਆਪ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵਿਖੇ ਪ੍ਰੋਫੈਸਰ ਐਮੇਰਿਟਸ ਨਿਯੁਕਤ ਹੋਏ। 3 ਮਈ 1978 ਈਸਵੀ ਵਿੱਚ ਉਹਨਾਂ ਦਾ ਦੇਹਾਂਤ ਹੋ ਗਿਆ। ਉਹਨਾਂ ਦੀਆਂ ਪ੍ਰਮੁੱਖ ਰਚਨਾਵਾਂ ਕਿਹੜੀਆਂ? ਪਹਿਲਾਂ ਕਾਵ ਸੰਗ੍ਰਹਿ ਸਾਵੇਂ ਪੱਤਰ, ਕਸੁੰਬੜਾ, ਅਦਵਾਟੇ, ਕੱਚ ਸੱਚ, ਵੱਡਾ ਵੇਲਾ, ਆਵਾਜ਼ਾਂ, ਜੰਦਰੇ, ਜੈਮੀਰ, ਬੂਹੇ। ਮਹਾਕਾਵ ਮਤਲਬ ਕੀ ਹੈ? ਜਿਹੜੀਆਂ ਕਾਵ ਸੰਗ੍ਰਹਿ ਹੁੰਦਾ ਜਿਸ ਕੁਝ ਕਵਿਤਾਵਾਂ ਸ਼ਾਮਿਲ ਹੁੰਦੀਆਂ। ਮਹਾਕਾਵ ਹੁੰਦਾ ਜਿਸ ਵਿੱਚ ਬਹੁਤ ਸਾਰੀਆਂ ਕਾਵ ਰਚਨਾਵਾਂ ਸ਼ਾਮਿਲ ਹੁੰਦੀਆਂ। ਨਾਨਕਾਇਨ ਮੌਲਿਕ ਹੈ। ਏਸ਼ੀਆ ਦਾ ਚਾਨਣ ਅਨੁਵਾਦਿਤ ਹੈ। ਅਨੁਵਾਦਿਤ ਮਤਲਬ ਕਿਸੇ ਹੋਰ ਲੈਂਗੁਏਜ ਸੀ ਉਹਨੂੰ ਪੰਜਾਬੀ 'ਚ ਅਨੁਵਾਦ ਕੀਤਾ ਗਿਆ। ਕਹਾਣੀ ਸੰਗ੍ਰਹਿ ਨਿੱਕੀ ਨਿੱਕੀ ਵਾਸ਼ਨਾ। ਉਪਰੋਕਤ ਰਚਨਾਵਾਂ ਤੋਂ ਬਿਨਾਂ ਮੋਹਨ ਸਿੰਘ ਨੇ ਕੁਝ ਰਚਨਾਵਾਂ ਦਾ ਅਨੁਵਾਦ ਵੀ ਕੀਤਾ ਕਿਉਂਕਿ ਉਹਨਾਂ ਨੇ ਕਈ ਰਚਨਾਵਾਂ ਜਿਹੜੀਆਂ ਹੋਰ ਭਾਸ਼ਾਵਾਂ ਸੀ ਉਹਨਾਂ ਨੂੰ ਪੰਜਾਬੀ 'ਚ ਅਨੁਵਾਦ ਕੀਤਾ ਹੈ। ਜਿਹੜੀ ਤੁਹਾਡੇ ਭਾਸ਼ਾ ਮਤਲਬ ਤੁਹਾਡੇ ਸਿਲੇਬਸ ਵਿੱਚ ਦਰਜ ਹੈ ਉਹ ਕੀ ਹੈ? ਤਾਜ ਮਹਿਲ ਕਵਿਤਾ ਹੈ। ਤਾਜ ਮਹਿਲ ਕਵਿਤਾ 2 ਵੱਖ-ਵੱਖ ਦ੍ਰਿਸ਼ਟੀਕੋਣਾਂ ਤੋਂ ਚਿੱਤਰਿਆ ਗਿਆ ਹੈ। ਇਸ ਦੇ ਤਹਿਤ ਪਹਿਲਾਂ ਤਾਜ ਮਹਿਲ ਦੀ ਸੁੰਦਰਤਾ ਦਾ ਪ੍ਰਭਾਵ ਚਿੱਤਰਿਆ ਗਿਆ ਹੈ ਅਤੇ ਫਿਰ ਇਸ ਨੂੰ ਬਣਾਉਣ ਲੱਗੇ ਲੱਖਾਂ ਗਰੀਬਾਂ ਅਤੇ ਮਜ਼ਦੂਰਾਂ 'ਤੇ ਹੋਏ ਸ਼ੋਸ਼ਣ ਦਾ ਵਰਣਨ ਕੀਤਾ ਗਿਆ ਕਿ ਇਹ ਕਵੀ ਨੇ 2 ਪੱਖ ਚਿੱਤਰੇ ਇਹਦੇ। 2 ਪੱਖ ਕਿਹੜੇ-ਕਿਹੜੇ? ਇੱਕ ਤਾਂ ਉਹਦੀ ਤਾਜ ਮਹਿਲ ਦੀ ਸੁੰਦਰਤਾ ਦਾ ਵਰਣਨ ਕੀਤਾ ਔਰ ਤਾਜ ਮਹਿਲ ਨੂੰ ਜਦੋਂ ਉਹਦਾ ਨਿਰਮਾਣ ਹੋ ਰਿਹਾ ਸੀ ਉੱਥੇ ਜਿਹੜੇ ਲੱਖਾਂ ਗਰੀਬਾਂ ਅਤੇ ਮਜ਼ਦੂਰਾਂ 'ਤੇ ਹੋਇਆ ਸ਼ੋਸ਼ਣ ਸੀ, ਅਤਿਆਚਾਰ ਹੋਇਆ ਸੀ, ਉਹਦਾ ਵਰਣਨ ਕੀਤਾ ਗਿਆ। ਆਓ ਆਪਾਂ ਹੁਣ ਅੱਗੇ ਪੜ੍ਹਦੇ ਹਾਂ। ਕਵਿਤਾ ਬਾਰੇ ਜਾਣ ਪਛਾਣ। ਪਹਿਲਾਂ ਤਾਜ ਮਹਿਲ ਪ੍ਰੋਫੈਸਰ ਮੋਹਨ ਸਿੰਘ ਦੀ ਇੱਕ ਮਹੱਤਵਪੂਰਨ ਕਵਿਤਾ ਹੈ। ਇਸ ਕਵਿਤਾ ਵਿੱਚ ਜਿੱਥੇ ਤਾਜ ਮਹਿਲ ਦਾ ਰਾਤ ਸਮੇਂ ਦਾ ਖੂਬਸੂਰਤ ਦ੍ਰਿਸ਼ ਪੇਸ਼ ਕੀਤਾ ਹੋਇਆ ਹੈ ਉੱਥੇ ਇਸ ਨੂੰ ਬਣਾਉਣ ਉਸਾਰਨ ਵੇਲੇ ਮਜ਼ਦੂਰੀਆਂ ਦਰਦਨਾਕ ਚਿੱਤਰ ਵੀ ਪੇਸ਼ ਹੋਇਆ ਹੈ। ਕਵਿਤਾ ਦੇ ਅੰਤ ਵਿੱਚ ਕਵੀ ਇਹ ਪ੍ਰਸ਼ਨ ਕਰਦਾ ਹੈ ਕਿ ਕੀ ਉਹ ਹੁਸਨ ਸੱਚਮੁੱਚ ਹੀ ਹੁਸਨ ਕਿਹਾ ਜਾ ਸਕਦਾ ਜੋ ਗਰੀਬਾਂ ਅਤੇ ਮਜ਼ਦੂਰਾਂ ਦੇ ਹੰਝੂਆਂ 'ਤੇ ਪਲਦਾ ਹੈ। ਮਤਲਬ ਕਿ ਉਹਨੇ ਪਹਿਲਾਂ ਤਾਂ ਤਾਜ ਮਹਿਲ ਦੀ ਖੂਬਸੂਰਤੀ ਦਾ ਵਰਣਨ ਕੀਤਾ ਪਰ ਉਸ ਤੋਂ ਬਾਅਦ ਉਹਨੇ ਜਿਹੜਾ ਮਜ਼ਦੂਰ ਅਤੇ ਮਜ਼ਦੂਰੀਆਂ 'ਤੇ ਜਿਹੜਾ ਜ਼ੁਲਮ ਹੋਇਆ ਉਹਦੀ ਤਸਵੀਰ ਵੀ ਪੇਸ਼ ਕੀਤੀ ਹੈ। ਤਾਂ ਅੰਤ 'ਚ ਇਹ ਪ੍ਰਸ਼ਨ ਕਰਦਾ ਹੈ ਕਿ ਜਿਹੜਾ ਹੁਸਨ ਹੈ ਮਤਲਬ ਜਿਹੜਾ ਕਿਸ ਦਾ ਮਤਲਬ ਖੂਬਸੂਰਤੀ ਹੈ ਵੀ ਉਹ ਗਰੀਬਾਂ ਅਤੇ ਮਜ਼ਦੂਰਾਂ ਦੇ ਹੰਝੂਆਂ ਨਾਲ ਹੀ ਸੁੰਦਰ ਲੱਗ ਸਕਦੀ ਹੈ ਵੀ ਇੰਨਾ ਅਤਿਆਚਾਰ ਕਰਕੇ ਤਾਂ ਕਿਸੇ ਚੀਜ਼ ਦਾ ਸੁੰਦਰ ਲੱਗਣਾ ਕੀ ਇੱਕ ਵਿਅਰਥ ਸਾਬਿਤ ਹੁੰਦਾ। ਆਓ ਕਵਿਤਾ ਪੜ੍ਹਦੇ ਹਾਂ। ਦੁੱਧ ਚਿੱਟੀਆਂ ਰਗਦਾਰ ਮਰਮਰ ਦੇ ਗਲ ਘੱਤ ਕੇ ਬਾਹੀਂ ਸੂਹਲ ਪਤਲੀਆਂ ਚਾਂਦੀਆਂ ਰਿਸ਼ਮਾਂ ਸੁੱਤੀਆਂ ਬੇਪਰਵਾਹੀ। ਪਹਿਲਾਂ ਪ੍ਰਸੰਗ ਕੀ ਲਿਖੋਗੇ ਕਿ ਇਹ ਕਾਵ ਸਤਰਾਂ ਲਾਜ਼ਮੀ ਪੰਜਾਬੀ 12 ਨਾਂ ਦੀ ਪਾਠ ਪੁਸਤਕ ਵਿੱਚ ਦਰਜ ਪ੍ਰੋਫੈਸਰ ਮੋਹਨ ਸਿੰਘ ਦੀ ਕਵਿਤਾ ਤਾਜ ਮਹਿਲ ਵਿੱਚੋਂ ਲਈਆਂ ਗਈਆਂ ਹਨ। ਇਸ ਕਵਿਤਾ ਵਿੱਚ ਜਿੱਥੇ ਉਹਨੇ ਤਾਜ ਮਹਿਲ ਦਾ ਰਾਤ ਸਮੇਂ ਦਾ ਖੂਬਸੂਰਤ ਦ੍ਰਿਸ਼ ਪੇਸ਼ ਹੋਇਆ ਉੱਥੇ ਕਿ ਇਹਨੂੰ ਬਣਾਉਣ ਉਸਾਰਨ ਵੇਲੇ ਜਿਹੜਾ ਮਜ਼ਦੂਰ ਅਤੇ ਮਜ਼ਦੂਰਨੀਆਂ 'ਤੇ ਜਿਹੜਾ ਜ਼ੁਲਮ ਹੋਇਆ ਉਹਦਾ ਚਿੱਤਰ ਵੀ ਪੇਸ਼ ਕੀਤਾ ਕਿ ਇਹ ਕਵੀ ਭਾਵੇਂ ਸੁੰਦਰਤਾ ਦੀ ਰੂਹ ਨੂੰ ਜਿਹੜੀ ਸੁੰਦਰਤਾ ਹੁੰਦੀ ਹੈ ਕਲਾ ਦੀ ਉਹਨੂੰ ਭਾਵੇਂ ਰੂਹ ਨੂੰ ਖੁਸ਼ੀ ਪ੍ਰਦਾਨ ਕਰਦੀ ਹੈ ਪਰ ਉਸ ਹੁਸਨ ਨੂੰ ਹੁਸਨ ਨਹੀਂ ਕਿਹਾ ਜਾ ਸਕਦਾ ਜਿਹੜਾ ਕੀ ਹੈ ਲੱਖਾਂ ਲੋਕ ਗਰੀਬਾਂ ਦੇ ਹੰਝੂਆਂ 'ਤੇ ਪਲਦਾ ਹੈ ਜਾਂ ਅੱਗੇ ਵੱਧਦਾ ਹੈ। ਮਤਲਬ ਕੀ ਹੈ ਜਿੱਥੇ ਮਤਲਬ ਗਰੀਬਾਂ 'ਤੇ ਜ਼ੁਲਮ ਹੋਇਆ ਹੋਵੇ ਤਾਂ ਉਹ ਚੀਜ਼ ਨੂੰ ਆਪਾਂ ਹੁਸਨ ਨੂੰ ਹੁਸਨ ਨਹੀਂ ਕਹਿ ਸਕਦੇ ਗੇ। ਦੁੱਧ ਚਿੱਟੀਆਂ ਰੰਗਦਾਰ ਮਰਮਰਾਂ ਦੇ ਗਲ ਘੱਤ ਕੇ ਬਾਹੀਂ ਸੂਹਲ ਪਤਲੀਆਂ ਚਾਂਦੀਆਂ ਰਿਸ਼ਮਾਂ ਸੁੱਤੀਆਂ ਬੇਪਰਵਾਹੀ। ਕਵੀ ਕੀ ਕਹਿੰਦਾ ਹੈ ਕਿ ਤਾਜ ਮਹਿਲ ਦਾ ਜਿਹੜਾ ਚੰਨ ਚਾਣੀ ਦਾ ਰਾਤ ਦਾ ਦ੍ਰਿਸ਼ ਹੈ ਉਹ ਹੈ ਦੁੱਧ ਚਿੱਟੀਆਂ ਰੇਸ਼ਦਾਰ ਸੰਗਮਰਮਰ ਦੀਆਂ ਜਿਹੜੀਆਂ ਸਿਲਾਂ ਹੈ ਮਤਲਬ ਸੰਗਮਰਮਰ ਦੇ ਜਿਹੜੇ ਟੁਕੜੇ ਹੈ ਉਹਨਾਂ ਦੇ ਗਲ ਬਾਹਾਂ ਪਾ ਕੇ ਚੰਨ ਦੀਆਂ ਕੋਮਲ ਪਤਲੀਆਂ ਰਿਸ਼ਮਾਂ ਬੇਪਰਵਾਹੀ ਨਾਲ ਸੁੱਤੀਆਂ ਪਈਆਂ। ਜਿਹੜੀਆਂ ਚੰਨ ਰੋਸ਼ਨੀ ਦੀਆਂ ਜਿਹੜੀਆਂ ਕਿਰਨਾਂ ਹੈ ਉਹ ਸੰਗਮਰਮਰ ਦੇ ਜਿਹੜੀਆਂ ਸਿਲਾਂ ਉਹਨਾਂ ਨੂੰ ਗਲਵੱਕੜੀ ਪਾ ਕੇ ਬੇਪਰਵਾਹ ਸੁੱਤੀਆਂ ਪਈਆਂ ਹਨ। ਬਿਰਛਾਂ ਬੂਟਿਆਂ ਦੇ ਪਰਛਾਵੇਂ ਨਸ਼ਿਆਂ ਵਿੱਚ ਗੜੂੰਦੇ ਘਾਹ ਦੇ ਸੂਹਲ ਸੀਨਿਆਂ ਉੱਤੇ ਸਵਾਦ ਦੇ ਉਂਗੇ। ਕਿ ਇਹ ਕਵੀ ਕਹਿੰਦੇ ਕਿ ਬਿਰਛਾਂ ਅਤੇ ਬੂਟਿਆਂ ਦੇ ਪਰਛਾਵੇਂ ਨਸ਼ਿਆਂ ਵਿੱਚ ਗੁੰਮ ਹੋਏ ਘਾਹ 'ਤੇ ਨਰਮ ਕੋਮਲ ਸੀਨੇ ਦੀ ਛਾਤੀ 'ਤੇ ਸਵਾਦ ਵਿੱਚ ਐਂ ਉਂਘ ਰਹੇ ਹਨ
ਉਂਗਰੇ ਸਨ ਜਿਵੇਂ ਕਿ ਉਹਨਾਂ ਨੂੰ ਨੀਂਦ ਦੀਆਂ ਝੋਕਾਂ ਆ ਰਹੀਆਂ ਹੋਣ, ਮਤਲਬ ਉਹਨਾਂ ਨੂੰ ਨੀਂਦ ਆ ਰਹੀ ਹੋਵੇ, ਮਤਲਬ ਨੀਂਦ ਦੀਆਂ ਜਿਵੇਂ ਆਪਾਂ ਕਹਿੰਦੇ ਹਾਂ ਨੀਂਦ ਦੇ ਇੱਕ ਟੋਲੇ ਆਉਣਾ, ਬਸ ਉਹਨਾਂ ਨੂੰ ਨੀਂਦ ਦੀ ਇੱਕ ਪਲਕ ਝਪਕੀ ਨੀਂਦ ਆਉਂਦੀ ਹੈ, ਉਵੇਂ ਕੀ ਬਿਰਛ ਬੂਟੇ ਘਾਹ ਵਿੱਚ ਇਵੇਂ ਖਿੰਡੇ ਪਏ ਸਨ। ਬੱਚਿਓ ਅੱਜ ਆਪਾਂ ਇੰਨੀ ਕਵਿਤਾ ਕਰਾਂਗੇ, ਬਾਕੀ ਦੀ ਆਪਾਂ ਅਗਲੀ ਕਲਾਸ 'ਚ ਕਰਾਂਗੇ। ਅੱਜ ਲਈ ਇੰਨਾ ਹੀ, ਧੰਨਵਾਦ।